ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸੋ ਪ੍ਰੋਗਰਾਮ ਸਮਾਧਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ। ਇਸ ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ ਮੇਰੇ ਨਾਲ ਕਾਲ ਕਰਕੇ 9780141741 ਦੇ ਉੱਤੇ, ਜਾਂ ਸਾਨੂੰ ਤੁਸੀਂ ਐਡਵਰਟੀਜ਼ਮੈਂਟ ਵੀ ਦੇ ਸਕਦੇ ਹੋ। ਸੋ ਚੋਣਾਂ ਦਾ ਦੌਰ ਹੈ, #election 2022 ਜਿਹੜਾ ਉਹ ਚੱਲ ਪਿਆ, ਪੰਜਾਬ ਇਲੈਕਸ਼ਨ 2022 ਚੱਲ ਪਿਆ ਜੀ। ਸੋ ਇਹਦੇ ਵਿੱਚ ਗੱਲ ਕਰੀਏ, ਹਮੇਸ਼ਾ ਔਰਤਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਔਰਤਾਂ ਨੂੰ ਕਾਫੀ ਕੁਛ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਹਮੇਸ਼ਾ ਇੱਕ ਜਿਹੜਾ 30% ਤੱਕ ਵੀ ਕਹਿੰਦੇ ਰਿਜ਼ਰਵ ਜਿਹੜੀਆਂ ਸੀਟਾਂ ਉਹਨਾਂ ਲਈ ਰੱਖੀਆਂ ਜਾਣਗੀਆਂ। ਉਹ ਕੀ ਹੈ ਕਿ ਵਾਕਿਆ ਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਔਰਤਾਂ ਬਾਰੇ ਕੁਝ ਸੋਚਦੀਆਂ ਨੇ। ਸੋ ਡਾਕਟਰ ਸ਼ਿੰਦਰ ਕੌਰ ਹੋਰੀ ਵੈਸੇ ਤਾਂ ਬੰਦਾ ਦੇ ਡਾਕਟਰ ਆ, ਪਰ ਕਈ ਵਾਰੀ ਸਮਾਜ ਦੀ ਵੀ ਡਾਕਟਰੀ ਬਾਰੇ ਇਹਨਾਂ ਤੋਂ ਜਾਣਕਾਰੀ ਆਪਾਂ ਲੈ ਲੈਂਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ। ਸੋ ਅੱਜ ਥੋੜੀ ਜੀ ਸਮਾਜ ਦੀ ਡਾਕਟਰੀ ਕਰੋ ਜੀ, ਸਿਆਸਤਦਾਨਾਂ ਦੇ ਉੱਤੇ ਥੋੜਾ ਜਿਹਾ ਉਹਨਾਂ ਦੇ ਨਬਜ਼ ਟੋਹ ਕੇ ਦੱਸੋ ਵੀ ਇਹ ਔਰਤਾਂ ਦੇ ਬਾਰੇ ਬੜੇ ਗੱਲਾਂ ਕਰਦੇ ਨੇ, ਪਰ ਅਸਲ ਦੇ ਵਿੱਚ ਜੇਕਰ ਸਿਆਸਤ ਦੇ ਵਿੱਚ ਗੱਲ ਕਰੀਏ ਵੈਸੇ ਔਰਤਾਂ ਦਾ ਯੋਗਦਾਨ ਬਹੁਤ ਹੈ, ਤੇ ਕਿਹੜਾ ਯੋਗਦਾਨ ਹੈ ਉਹਦੇ ਬਾਰੇ ਵੀ ਸਾਨੂੰ ਦੱਸੋ। ਬੜੀਆਂ ਹਮੇਸ਼ਾ ਗੱਲਾਂ ਹੁੰਦੀਆਂ ਵਰਲਡ ਵਾਈਡ, ਫਿਰ ਆਪਾਂ ਉਹਨਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ। ਦੇਖੋ, ਅੱਜ ਦੇ ਦਿਨ ਜੇ ਆਪਾਂ ਗੱਲ ਕਰਦੇ ਹਾਂ, ਪਹਿਲੀ ਗੱਲ ਤੇ ਭਾਰਤ ਦੀ ਪ੍ਰਧਾਨ ਮੰਤਰੀ ਵੀ, ਪ੍ਰੈਜ਼ੀਡੈਂਟ ਵੀ, ਇਹ ਸਾਰੀਆਂ ਤੇ ਜੇ ਬਿਜ਼ਨਸ ਟਾਈਕੂਨਸ ਵਜੋਂ ਲਈਏ ਜਾਂ ਸਪੋਰਟਸ ਪਰਸਨ ਵਿੱਚ ਲਈਏ ਜਾਂ ਭਾਵੇਂ ਜਹਾਜ਼ ਉਡਾਉਣ ਦੀ ਗੱਲ ਹੋਵੇ, ਯਾਨੀ ਆਰਮੀ ਦੀ ਗੱਲ ਹੋਵੇ, ਵੀ ਇੰਡੀਆ ਚ ਅਲਾਉ ਕਰਤੇ ਨੇ। ਬਿਲਕੁਲ। ਸੋ ਹਰ ਪਾਸੇ, ਭਾਵੇਂ ਯੂਨੀਵਰਸਿਟੀਜ਼ ਚ ਦੇਖ ਲਓ, ਹਰ ਪਾਸੇ ਔਰਤ ਨੇ ਆਪਣੀ ਤਾਕਤ ਵੀ ਵਿਖਾਈ ਹੈ ਤੇ ਆਪਣੀ ਦਿਮਾਗੀ ਪੱਖੋਂ ਵੀ ਦਿਖਾਇਆ ਕਿ ਮੈਂ ਹਰ ਪਾਸਿਓਂ ਲੀਡ ਕਰਨ ਦੇ ਯੋਗ ਆ। ਇੱਕ ਪੋਲਿਟਿਕਸ ਅਜਿਹਾ ਅਸੀਂ ਬਣਾ ਕੇ ਕਿੱਤਾ ਰੱਖ ਛੱਡਿਆ ਹੁਣ ਇਸ ਵੇਲੇ, ਜਿੱਥੇ ਜਿੰਨੀਆਂ ਵੀ ਔਰਤਾਂ ਤੁਸੀਂ ਧਿਆਨ ਕਰੋਗੇ 99.9% ਉਹੀ ਨੇ ਜਿਨ੍ਹਾਂ ਦੇ ਜਾਂ ਤਾਂ ਫਾਦਰ ਜਾਂ ਫਾਦਰ ਇਨ ਲਾਅ ਜਾਂ ਹਸਬੈਂਡਸ ਉਹ ਆਲਰੇਡੀ ਪੋਲੀਟੀਕਲੀ ਐਕਟਿਵ ਨੇ, ਤੇ ਇੱਕ ਤਰੀਕੇ ਉਹਨਾਂ ਨੂੰ ਰਬਰ ਸਟੈਂਪ ਵਜੋਂ ਹੀ ਵਰਤਿਆ ਜਾਂਦਾ ਵੀ ਇਸ ਵੇਲੇ ਜ਼ਹਿਰ ਉਗਲਣਾ, ਇਸ ਵੇਲੇ ਆ ਸਟੇਟਮੈਂਟ ਦੇਣੀ ਹੈ, ਇਸ ਵੇਲੇ ਚੁੱਪ ਕਰਕੇ ਬਹਿ ਜਾਣਾ ਹੈ। ਕੁਛ ਇਸ ਢੰਗ ਨਾਲ ਇਹ ਔਰਤ ਇਸ ਵੇਲੇ ਪੋਲੀਟੀਕਲੀ ਇੱਕ, ਭਾਵੇਂ ਉਹ ਤੁਸੀਂ ਪਿੰਡ ਪੱਧਰ ਤੇ ਹੋਵੇ ਜਾਂ ਕਿਤੇ ਵੀ ਅਗਾਂਹ, ਬਣਾ ਕੇ ਇੱਕ ਸਿਰਫ ਰਬਰ ਸਟੈਂਪ ਰੱਖ ਦਿੱਤੀ ਹੈ। ਭਾਵੇਂ ਚੀਫ ਸੈਕਟਰੀ ਵਜੋਂ ਔਰਤ, ਯਾਨੀ ਜੇ ਦੇਖੋ ਤਾਂ ਕੰਮਕਾਰ ਵਜੋਂ ਉਹ ਪੂਰਾ ਪੰਜਾਬ ਸਾਂਭਣ ਯੋਗ ਵੀ ਹੋ ਗਈ, ਯਾਨੀ ਹਰ ਚੀਜ਼ ਦੇ ਹੁੰਦਿਆਂ ਵੀ ਪੋਲੀਟਿਕਲੀ ਉਹ ਇੰਪ੍ਰੈਸ਼ਨ ਨਹੀਂ ਅੱਜ ਦੇ ਦਿਨ ਪਾ ਸਕ ਰਹੀ ਔਰਤ, ਜਿਹੜੀ ਅਸਲ ਵਿੱਚ ਲੋੜ ਹੈ। ਤੇ ਦੂਸਰੀ ਗੱਲ ਕਿ ਜਿਸ ਤਰੀਕੇ ਦੇ ਅੱਜ ਦੇ ਸਾਡੇ ਕੋਲ ਅੰਕੜੇ ਜੋ ਸਾਹਮਣੇ ਆਉਂਦੇ ਪਏ ਨੇ ਕਿ 41% ਤੱਕ ਦੇ ਜੋ ਹੈਗੇ ਨੇ ਜਿਨ੍ਹਾਂ ਦੇ ਅਗੇਂਸਟ ਕੋਈ ਨਾ ਕੋਈ ਕੇਸ ਨੇ, ਭਾਵੇਂ ਕ੍ਰਿਮੀਨਲ, ਭਾਵੇਂ ਔਰਤ ਨੂੰ ਡਿਮੀਨ ਕਰਨ ਦੇ, ਇਹ ਸਾਰੀਆਂ ਚੀਜ਼ਾਂ ਦੇਖਦੇ ਹੋਇਆਂ ਸਾਨੂੰ ਕਿਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਜੇ ਔਰਤਾਂ ਇਸ ਪੱਖ ਵੱਲ ਨਾ ਧਿਆਨ ਨਾਲ ਸੋਚਣ ਲੱਗੀਆਂ ਜਾਂ ਨਿੱਠ ਕੇ ਅਗਾਂਹ ਨਾ ਆਈਆਂ ਤਾਂ ਇਹ ਮਰਦ ਪ੍ਰਧਾਨ ਕਿੱਤਾ ਬਣ ਕੇ ਰਹਿ ਜਾਏਗਾ, ਜਿੱਥੇ ਔਰਤ ਹਮੇਸ਼ਾ 30% ਦੀ ਆਵਾਜ਼ ਹੀ ਉੱਠਦੀ ਰਹੂਗੀ ਰਿਜ਼ਰਵੇਸ਼ਨ, ਜਦ ਕਿ ਰਿਜ਼ਰਵੇਸ਼ਨ ਦਾ ਕੋਈ ਮਤਲਬ ਹੀ ਨਹੀਂ। ਤੁਸੀਂ ਲਿਆਕਤ ਦੇ ਆਧਾਰ ਤੇ, ਕਿਸੇ ਦੀ ਸੋਚ ਦੇ ਆਧਾਰ ਤੇ, ਜੇ ਕੋਈ ਵਿਜ਼ਨ ਹੈ ਕਿਸੇ ਦਾ, ਉਹ ਭਾਵੇਂ 100% ਵੀ ਆਵੇ, ਕਿਉਂ ਨਾ ਆਵੇ। ਜੇ ਫਿਨਲੈਂਡ ਵਿੱਚ ਜਾਂ ਹੋਰ ਥਾਵਾਂ ਤੇ ਸਾਨੂੰ ਦਿਖ ਰਿਹਾ ਵੀ ਔਰਤਾਂ ਪੂਰੀ ਧਮਾਕੇਦਾਰ ਤਰੀਕੇ ਨਾਲ ਸਾਰੇ ਮੁਲਕ ਵੇਖ ਸਕਦੇ ਨੇ, ਜਰਮਨੀ ਲੈ ਲਓ, ਜਿਸ ਪਾਸੇ ਮਰਜ਼ੀ ਲੈ ਲਓ, ਜੇ ਉਹ ਔਰਤ ਉੱਥੇ ਪੋਲੀਟਿਕਲੀ ਸਟਰੋਂਗ ਹੋ ਸਕਦੀ ਹੈ ਜਾਂ ਉਹਨੂੰ ਮੈਨੇਜ ਕਰਨਾ ਆਉਂਦਾ, ਤਾਂ ਇੱਥੇ ਦੀਆਂ ਔਰਤਾਂ ਘੱਟ ਪੜ੍ਹੀਆਂ ਲਿਖੀਆਂ ਨਹੀਂ, ਸਿਰਫ ਉਹਨਾਂ ਨੂੰ ਸਾਈਡ ਲਾਈਨ ਕਰਨ ਦਾ ਜ਼ੋਰ ਲਾਇਆ ਹੋਇਆ। ਕਾਰਨ ਤੁਸੀਂ ਦੇਖੋ, ਮੋਗਾ ਸੈਕਸ ਸਕੈਂਡਲ ਕੋਈ ਲੁਕੀ ਹੋਈ ਗੱਲ ਨਹੀਂ, ਕੌਣ ਸੀ ਉਹਦੇ ਪਿੱਛੇ? ਕੀ ਕੋਈ ਔਰਤ ਸੀ?
ਯਾਨੀ ਹੈ ਇਹੀ ਪੋਲੀਟੀਕਲ ਬੰਦੇ ਜਿਨ੍ਹਾਂ ਨੇ ਆਪ ਜਾਂ ਆਪਣੇ ਪੁੱਤਰਾਂ ਰਾਹੀਂ ਇਹ ਚੀਜ਼ਾਂ ਸ਼ੁਰੂ ਕੀਤੀਆਂ ਕਿ ਔਰਤ ਨੂੰ ਇੱਕ ਪੱਧਰ ਨੀਵਾਂ ਰੱਖਣਾ। ਹੁਣ ਸਾਡੇ ਕੋਲ ਇਹੋ ਜਿਹੇ ਵੀ ਨੇ ਗਾਇਕ ਸ਼ਾਮਲ ਕੀਤੇ ਗਏ ਜਿਨ੍ਹਾਂ ਨੇ ਔਰਤ ਨੂੰ ਇੱਕ ਸ਼ੈ ਬਣਾ ਕੇ ਪੇਸ਼ ਕੀਤਾ, ਯਾਨੀ ਔਰਤ ਪ੍ਰਤੀ ਸੋਚ ਕੀ ਹੈ ਸਾਡੇ ਸਾਹਮਣੇ ਹੈ। ਜਿੱਥੇ ਮੁੱਖ ਮੰਤਰੀ ਤੱਕ ਅਜਿਹਾ ਹੋਏ ਜਿਸ ਉੱਤੇ ਮੀ ਟੂ ਦੀ ਸ਼ਿਕਾਇਤ ਦੇ ਲਈ ਸਾਡੇ ਮਨੀਸ਼ਾ ਗੁਲਾਟੀ ਜੀ ਯਾਨੀ ਬਹਿ ਕੇ ਭੁੱਖ ਹੜਤਾਲ ਕਰਨ ਤੱਕ ਲਈ ਗਏ ਕਿ ਇੰਨਾ ਭੱਦਾ ਵਿਹਾਰ ਔਰਤ ਪ੍ਰਤੀ ਕੀਤਾ ਗਿਆ, ਇਹਦੇ ਲਈ ਇਨਕੁਆਇਰੀ ਹੋਵੇ, ਇਸ ਤੇ ਸਾਰਾ ਕੁਝ ਹੋਵੇ ਨੂੰ ਕਰਕੇ ਅਸੀਂ ਸਭ ਕੁਝ ਠੱਪ ਕਰ ਦਿੱਤਾ। ਹੈ ਕੋਈ ਬੰਦਾ ਜਿਹੜਾ ਆਵਾਜ਼ ਚੁੱਕਦਾ ਹੋਵੇ? ਭਾਈ ਉਹ ਕਿੱਥੇ ਗਾਇਬ ਕਰ ਦਿੱਤਾ ਤੇ ਕਿਉਂ ਗਾਇਬ ਕਰ ਦਿੱਤਾ ਗਿਆ? ਯਾਨੀ ਹਰ ਚੀਜ਼ ਜਿੱਥੇ ਔਰਤ ਦੀ ਬੇਪਤੀ ਹੋਣੀ ਹੈ ਉਹਨੂੰ ਅਸੀਂ ਦੱਬ ਕੇ ਉਹਨੂੰ ਇੰਪੋਰਟੈਂਸ ਹੀ ਨਹੀਂ ਦੇ ਰਹੇ ਕਿ ਇਹਦੀ ਕੋਈ ਹੈ ਵੀ ਵੈਲਿਊ ਕਿ ਔਰਤ ਦੀ ਬੇਪਤੀ ਹੋਈ, ਕੋਈ ਗੱਲ ਨਹੀਂ, ਉਹ ਮੁੱਦਾ ਹੀ ਹੈ ਨਹੀਂ ਸਾਡੇ ਲਈ। ਔਰਤ ਨੂੰ ਅਗਾਂਹ ਵਧਾਉਣਾ ਤਾਂ ਛੱਡੋ, ਉਹਦੀ ਬੇਇੱਜ਼ਤੀ ਹੋਣੀ ਜਾਂ ਉਹਦੀ ਇਸ ਤਰੀਕੇ ਦੀ ਬੇਪਤੀ ਸਾਡੇ ਲਈ ਮੁੱਦਾ ਹੀ ਨਹੀਂ ਹੈ ਜੀ। ਫਿਰ ਉਸ ਤੋਂ ਅੱਗੇ ਵੇਖੋ ਕਿ ਇਹ ਜਿੱਥੋਂ ਤੱਕ ਹੁਣ ਔਰਤ ਦੇ ਮੁੱਦੇ ਨੇ, ਕਿਉਂਕਿ ਔਰਤ ਇਸ ਵੇਲੇ ਜਦੋਂ ਤੱਕ ਕਿਸਾਨੀ ਸੰਘਰਸ਼ ਹੋਇਆ ਔਰਤ ਅਗਾਂਹ ਉੱਠੀ, ਲੋਕਾਂ ਨੂੰ ਦਿਸਿਆ ਕਿ ਇੱਕ ਵੱਖ ਆਈਡੈਂਟੀਟੀ ਹੈ, ਇਹ ਨਾਰੇ ਵੀ ਲਾ ਸਕਦੀ ਹੈ, ਇਹ ਪਾਣੀ ਦੀਆਂ ਬੁਛਾਰਾਂ ਸਹਿ ਸਕਦੀ ਹੈ ਜੀ, ਇਹ ਟਰੈਕਟਰ ਚਲਾ ਕੇ ਵੀ ਆ ਸਕਦੀ ਹੈ ਐਂਡ ਇਹ ਬਹੁਤ ਸੋਹਣਾ ਇਸ ਸੰਘਰਸ਼ ਵਿੱਚ ਮੋਹਰੀ ਬਣ ਕੇ ਵੀ ਸਾਹਮਣੇ ਆਈ। ਤੋ ਇਹ ਨਜ਼ਰੀ ਪੈ ਗਈ ਅਲੱਗ-ਅਲੱਗ ਸਾਰੇ ਜਣਿਆਂ ਨੂੰ ਕਿ ਭਾਈ ਇਹ 50% ਸੁੱਤੀ ਹੋਈ ਵੋਟ ਜੋ ਹਾਲੇ ਤੱਕ ਸਿਰਫ ਪਿਤਾ ਵੱਲੋਂ ਜਾਂ ਪਤੀ ਵੱਲੋਂ ਕਹੇ ਦੇ ਅਨੁਸਾਰ ਹੀ ਜਾਂਦੀ ਸੀ, ਇਹ ਭਾਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈ ਹੈ, ਆਵਾਜ਼ ਚੁੱਕਣ ਜੋਗੀ ਹੋਈ ਹੈ, ਤਾਂ ਇਸ ਨੂੰ ਭਰਮਾਈਏ ਜੀ। ਹੁਣ ਉਹਦੀ ਇੱਜ਼ਤ ਦਾ ਪਾਸਾ ਤਾਂ ਪਾਸੇ ਸੁੱਟ ਦਿੱਤਾ ਗਿਆ, ਇਹਦੀ ਕੋਈ ਵੈਲਿਊ ਨਹੀਂ, ਪਰ ਦੇਖੋ ਕਿਸ ਤਰੀਕੇ ਦੀ ਔਰਤ ਨੂੰ ਲੁਭਾਉਣ ਦੇ ਢੰਗ ਦੇਖੋ ਵੀ ਤੈਨੂੰ 1000 ਰੁਪਇਆ ਦੇ ਦਾਂਗੇ, ਤੈਨੂੰ 2000 ਦੇ ਦਾਂਗੇ, ਯਾਨੀ ਇੱਕ ਭੀਖ ਮੰਗਣ ਵਾਲੀ ਤੁਸੀਂ ਉਹਨੂੰ ਰਾਦਰ ਦੇਨ ਕਿ ਸਸ਼ਕਤੀਕਰਨ ਹੋਵੇ, ਅਸੀਂ ਭਿਖਾਰੀ ਬਣਾ ਦਿੱਤਾ ਕਿ ਤੈਨੂੰ ਗੈਸ ਸਿਲੰਡਰ ਦੇ ਦਾਂਗੇ, ਤੈਨੂੰ ਸਕੂਟੀ ਦੇ ਦਾਂਗੇ। ਇੱਕ ਤਰੀਕੇ ਤੂੰ ਬਹਿ ਜਾ ਤੇ ਉਸੇ ਤਰ੍ਹਾਂ ਅਧੀਨਗੀ ਦੀ ਜ਼ਿੰਦਗੀ ਬਿਤਾ, ਹੱਥ ਅੱਡ ਕੇ ਬਹਿ, ਧੱਕੇ ਖਾਂਦੀ ਰਹਿ, ਚੁੰਨੀਆਂ ਪੜਵਾ, ਸੜਕਾਂ ਤੇ ਉਸੇ ਤਰ੍ਹਾਂ ਆ ਜਾ, ਮੈਨੂੰ ਮਿਲੇ ਨਹੀਂ 1000, ਮੈਨੂੰ ਮਿਲੇ ਨਹੀਂ, ਮੈਨੂੰ ਨੌਕਰੀ ਨਹੀਂ। ਯਾਨੀ ਉਹੀ ਹਾਲਤ ਤੇ ਅਸੀਂ ਔਰਤ ਨੂੰ ਕਿਤੇ ਉਹਦੇ ਮੁੱਦਿਆਂ ਨੂੰ, ਉਹਦੇ ਇਸ਼ੂਜ਼ ਨੂੰ ਬਿਲਕੁਲ ਖਿਆਲ ਨਹੀਂ ਕੀਤੇ ਬਗੈਰ ਅਸੀਂ ਸਿਰਫ ਉਹਨੂੰ ਆਹ ਚੀਜ਼ ਡੋਰੇ ਪਾ ਰਹੇ ਹਾਂ, ਆ ਜਾ ਸਾਡੇ ਵੱਲ ਵੋਟਾਂ ਪਾ ਜੀ। ਹੁਣ ਆਖਰ ਕੀ ਨੇ ਮੁੱਦੇ? ਅੱਜ ਦੇ ਦਿਨ ਇਸ ਪ੍ਰੋਗਰਾਮ ਰਾਹੀਂ ਦੇਖੋ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਜੇ, ਪਰ ਐਟਲੀਸਟ ਸਾਨੂੰ ਇੰਨਾ ਹੱਕ ਹੈ ਵੀ ਅਸੀਂ ਆਪਣੀ ਆਵਾਜ਼ ਚੁੱਕ ਸਕਦੇ ਹਾਂ। ਹੋ ਸਕਦਾ ਹੈ ਜੋ ਮੈਂ ਮੁੱਦਿਆਂ ਦੀ ਗੱਲ ਕਰਾਂ ਅੱਜ ਸਰੋਤਿਆਂ ਨੂੰ ਕਿਸੇ ਨੂੰ ਪਸੰਦ ਨਾ ਆਵੇ, ਪਰ ਮੈਂ ਉਹਨਾਂ ਦੀ ਮਾਂ, ਉਹਨਾਂ ਦੀ ਭੈਣ, ਉਹਨਾਂ ਦੀ ਬੇਟੀ ਦੇ ਕੀ ਮੁਸ਼ਕਿਲਾਂ ਉਹ ਡੀਲ ਕਰ ਰਹੀ ਹੈ ਇੱਕ ਔਰਤ ਹੋਣ ਦੇ ਨਾਤੇ, ਇੱਕ ਮਾਂ ਹੋਣ ਦੇ ਨਾਤੇ, ਜੋ ਮੈਨੂੰ ਮਹਿਸੂਸ ਹੁੰਦੀਆਂ ਜਾਂ ਮੈਂ ਆਪਣੇ ਆਲੇ ਦੁਆਲੇ ਜਿਨ੍ਹਾਂ ਔਰਤਾਂ 'ਚ ਵਿਚਰੀ ਹਾਂ ਉਹਨਾਂ ਤੋਂ, ਜਾਂ ਜੋ ਪੜ੍ਹੀਆਂ ਲਿਖੀਆਂ ਨੇ, ਅਨਪੜ੍ਹ ਨੇ, ਉਹਨਾਂ ਸਾਰੀਆਂ ਦੇ ਜੋ ਮੁੱਦੇ ਨੇ ਮੈਂ ਉਹ ਸਾਹਮਣੇ ਤੁਹਾਡਾ, ਕਿਉਂਕਿ ਪ੍ਰੋਗਰਾਮ ਦੁਨੀਆ ਭਰ ਵਿੱਚ ਸੁਣਿਆ ਜਾਂਦਾ, ਮਕਬੂਲ ਹੈ, ਸੋ ਮੇਰੇ ਤਾਂ ਇੱਕ ਬੇਨਤੀ ਹੋਈ ਸਮਝ ਲਓ ਕਿ ਉਹ ਮੁੱਦਿਆਂ ਨੂੰ ਤੁਹਾਡੇ ਰਾਹੀਂ ਉਜਾਗਰ ਕਰਨਾ ਚਾਹੁੰਦੀ ਹਾਂ ਕਿ ਜਿੰਨੇ ਸੂਝਵਾਨ ਸਰੋਤੇ ਨੇ ਸ਼ਾਇਦ ਜਿਸ ਮਰਜ਼ੀ ਪਾਰਟੀ ਦੇ ਨਾਲ ਜੁੜੇ ਹੋਣ, ਇਹਨਾਂ ਨੂੰ ਉਸ ਥਾਂ ਤੱਕ ਪਹੁੰਚਾ ਹੀ ਦੇਣ ਤਾਂ ਸ਼ਾਇਦ ਇੱਕ ਵੱਡੀ ਫੇਵਰ ਹੋ ਜਾਏਗੀ ਔਰਤ ਪ੍ਰਤੀ ਜੀ। ਇੱਕ ਸੇਫਟੀ ਜਾਂ ਸਿਕਿਉਰਿਟੀ ਦੀ ਗੱਲ ਕਿਸੇ ਨੇ ਗੱਲ ਕੀਤੀ ਕਿ ਅਸੀਂ ਜੀ ਸਾਰੀਆਂ ਸ਼ਾਪਿੰਗ ਮਾਲਸ ਵਿੱਚ, ਸਕੂਲਸ ਵਿੱਚ, ਕਾਲਜਸ ਵਿੱਚ, ਯੂਨੀਵਰਸਿਟੀਜ਼ ਵਿੱਚ ਹਰ ਥਾਂ CCTVs ਹੋਣਗੇ ਤੇ ਸਾਡਾ ਇੱਕ ਇਸ ਤਰੀਕੇ ਦਾ ਬਣਾਵਾਂਗੇ ਸਿਸਟਮ ਜਿੱਥੇ ਆਲ ਪੁਲਿਸ ਵੂਮਨ ਪੁਲਿਸ ਸਟੇਸ਼ਨਸ ਹੋਣਗੇ ਜਿਸ ਥਾਂ ਤੇ ਤਾਂ ਕਿ ਇਹੋ ਜਿਹੀਆਂ ਸ਼ਿਕਾਇਤਾਂ ਤੁਰੰਤ ਟੈਕਲ ਕੀਤੀਆਂ ਜਾ ਸਕਣ, ਮੈਨੇਜ ਹੋ ਸਕਣ, ਸੋ ਦੈਟ ਜਿਹੜਾ ਇਹ ਕ੍ਰਾਈਮ ਅਗੇਂਸਟ ਵੂਮਨ ਹੈ ਇਹਦੇ ਵਿੱਚ ਕੁਝ ਘਾਟਾ ਹੋ ਸਕੇ ਜੀ। ਫਿਰ ਇਹ ਵੇਖੋ ਕਿ ਸਾਡਾ ਅੱਜ ਡੋਮੈਸਟਿਕ ਵਾਇਲੈਂਸ ਦੀ ਜੇ ਮੈਂ ਗੱਲ ਕਰਾਂ ਤਾਂ ਸਾਡਾ ਜਿਹੜੇ ਅੰਕੜੇ ਨੇ ਉਹ 68% ਸੀ, ਜਿਹੜੀ 4 ਸਾਲ ਪਹਿਲਾਂ ਦੇ ਅੰਕੜੇ ਸਨ, ਵੱਧ ਕੇ 72% ਹੋ ਚੁੱਕੇ ਨੇ। ਉਹਨਾਂ ਵਿੱਚ ਕਿਸੇ ਥਾਂ ਤੇ ਮੈਂ
ਦੇਖੋ ਇਸ ਤੋਂ ਇਨਕਾਰੀ ਨਹੀਂ ਆ ਕਿ ਔਰਤਾਂ ਵੱਲੋਂ ਬੰਦਿਆਂ ਤੇ ਜ਼ੁਲਮ ਨਹੀਂ ਕੀਤੇ ਜਾਂਦੇ। ਮੈਂ ਉਸ ਪੱਖ ਤੋਂ ਇਨਕਾਰੀ ਨਹੀਂ, ਕਿਉਂਕਿ ਮੁੱਦੇ ਗੱਲ ਔਰਤਾਂ ਦੇ ਚੱਲ ਰਹੇ ਨੇ। ਇਸ ਸਦਕਾ 71% ਇੱਕ ਬਹੁਤ ਵੱਡੀ ਗਿਣਤੀ ਜੇ। ਬਿਲਕੁਲ ਬਿਲਕੁਲ। ਸੋ ਉਸ ਪੱਖੋਂ ਕੀ ਕਿਸੇ ਨੇ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਾਂ ਕਿਸ ਤਰੀਕੇ ਕੋਈ NGOs ਤਿਆਰ ਕਰਨ ਦੀ ਗੱਲ ਕੀਤੀ ਗਵਰਨਮੈਂਟ ਏਡਡ, ਜਿਹੜੇ ਇਹੋ ਜਿਹੀਆਂ ਔਰਤਾਂ ਨੂੰ ਸਹਾਰਾ ਦੇਣ, ਉਹਨਾਂ ਦੀ ਕੋਈ ਮੈਡੀਕਲ ਟ੍ਰੀਟਮੈਂਟ, ਉਹਨਾਂ ਦੇ ਫਾਈਨੈਂਸ਼ੀਅਲੀ ਕਿਵੇਂ ਸਪੋਰਟ ਹੋਣੀ ਹੈ, ਇਹ ਸਾਰਾ ਕੁਝ ਲਈ ਕੋਈ ਸਪੋਰਟ ਕਿਸੇ ਵੱਲੋਂ ਕੀਤੀ ਗਈ? ਕਿਸੇ ਨੇ ਗੱਲ ਨਹੀਂ ਕੀਤੀ। ਫਿਰ ਦਾਜ ਲਈ ਅੱਜ ਤੱਕ ਵੀ ਸਾਡੀਆਂ ਔਰਤਾਂ ਸਾੜੀਆਂ ਵੀ ਜਾ ਰਹੀਆਂ ਨੇ, ਨਿਊਜ਼ ਆ ਰਹੀਆਂ ਨੇ। ਹਾਲੇ ਤੱਕ ਡਾਊਰੀ ਡੈਥਸ ਵੀ ਅਸੀਂ ਕੰਟਰੋਲ ਨਹੀਂ ਕਰ ਸਕੇ। ਉਹਦੇ ਲਈ ਸ਼ਗਨ ਸਕੀਮਾਂ ਰਾਹੀਂ ਦਾ ਮਤਲਬ ਹੈ ਅਸੀਂ ਇੱਕ ਤਰੀਕੇ ਇਹ ਕਰ ਰਹੇ ਹਾਂ ਕਿ ਹਾਂਜੀ ਇਹ ਔਰਤ ਐਕਸੈਪਟੇਬਲ ਹੀ ਨਹੀਂ ਹੈ ਜਦ ਤੱਕ ਇਹਦਾ ਇੱਕ ਪਾਸਾ ਪਲੜਾ ਪੈਸੇ ਨਾਲ ਭਰ ਕੇ ਤੋਰਿਆ ਨਾ ਜਾਵੇ। ਆਖਰ ਕਿਉਂ ਅਸੀਂ ਇਹੋ ਜਿਹੀਆਂ ਸਕੀਮਾਂ ਲਿਆ ਰਹੇ ਹਾਂ ਜਿੱਥੇ ਔਰਤ ਨੂੰ ਫਿਰ ਇੱਕ ਪੱਧਰ ਨੀਵਾਂ ਰਹਿਣਾ ਪਵੇ? ਕਿਉਂ ਨਾ ਉਹਦੀ ਥਾਂ ਤੇ ਦੱਸੋ ਮੈਨੂੰ ਇੱਕ ਵੀ ਪਾਰਟੀ ਨੇ ਗੱਲ ਚੱਕੀ ਹੋਵੇ ਕਿ ਅਸੀਂ ਅਡਲਟ ਐਜੂਕੇਸ਼ਨ ਦੇਣੀ ਚਾਹੁੰਦੇ ਹਾਂ। ਸਾਡੀਆਂ ਔਰਤਾਂ ਜੋ ਇਸ ਵੇਲੇ 35-40 ਸਾਲ ਦੀਆਂ ਵੀ ਨੇ, ਵੱਡੀ ਗਿਣਤੀ ਨੇ ਜਿਹੜੀਆਂ ਪੜ੍ਹਾਈ ਵਿੱਚੋਂ ਛੱਡ ਕੇ ਦੂਜੇ ਪਾਸੇ ਨੂੰ ਤੁਰੀਆਂ ਨੇ। ਕਿਉਂ ਨਾ ਉਹਨਾਂ ਔਰਤਾਂ ਦੀ ਅਡਲਟ ਐਜੂਕੇਸ਼ਨ ਦੀ ਗੱਲ ਕਰੀਏ ਕਿ ਉਹਨਾਂ ਨੂੰ ਪੜ੍ਹ ਲਿਖ ਕੇ ਅੱਜ ਵੀ ਆਪਣੇ ਪੈਰਾਂ ਤੇ ਖੜੀਆਂ ਹੋਣ, ਤਾਂ ਕਿ ਉਹ ਦੇਖੋ ਕੀ ਕੁਛ ਕਰ ਸਕਦੀਆਂ ਨੇ। ਧਿਆਨ ਕਰੋ ਕਿ ਉਹਨਾਂ ਲਈ ਮਾਈਕਰੋ ਫਾਈਨੈਂਸ ਕਿਸੇ ਇੱਕ ਵੀ ਪਾਰਟੀ ਨੇ ਅਨਾਉਂਸ ਕੀਤਾ ਹੋਏ ਕਿ ਇਹਨਾਂ ਔਰਤਾਂ ਨੂੰ ਘਰ ਵਿੱਚ ਬੈਠੀਆਂ ਨੂੰ ਵੀ ਅਸੀਂ ਇੰਨਾ ਕੁ ਸਟਰੋਂਗ ਕਰ ਦਈਏ, ਪੈਰਾਂ ਤੇ ਖੜਾ ਕਰ ਦਈਏ ਕਿ ਇਹਨਾਂ ਨੂੰ ਕਹੋ ਤੁਹਾਨੂੰ ਜੀ ਗਾਵਾਂ ਲਈ, ਤੁਹਾਨੂੰ ਮੱਝਾਂ ਲਈ, ਤੁਹਾਨੂੰ ਇਹ ਬੱਕਰੀਆਂ ਲਈ, ਤੁਹਾਨੂੰ ਪਿਗਰੀ ਲਈ, ਇਹ ਸਾਰਿਆਂ ਲਈ ਮਾਈਕਰੋ ਫਾਈਨੈਂਸਿਸ ਦੇਵਾਂਗੇ ਸੋ ਦੈਟ ਤੁਸੀਂ ਘਰ ਬੈਠੀਆਂ ਵੀ ਇੱਜ਼ਤ ਦੀ ਜ਼ਿੰਦਗੀ ਜਿਓ, ਕਮਾਈ ਕਰਕੇ ਬਰਾਬਰ ਦਾ ਯੋਗਦਾਨ ਪਾਓ, ਜਿਸ ਨਾਲ ਵੱਡੀ ਪੱਧਰ ਤੇ ਸਾਡੀ ਘਰੇਲੂ ਹਿੰਸਾ ਉੱਤੇ ਵੀ ਰੋਕ ਪਏਗੀ। ਉਸ ਔਰਤ ਦਾ ਮਾਨ ਸਨਮਾਨ ਵੀ ਹੋਏਗਾ। ਕਿਉਂਕਿ ਮਿਲਕ ਪ੍ਰੋਡਕਸ਼ਨ ਚ ਦੇਖੋ ਅਮੁਲ ਦੇ ਵੱਲ ਝਾਤ ਮਾਰੋ, ਜੇ ਕਿਸੇ ਨੂੰ ਲੱਗਦਾ ਇਹ ਅਨਹੋਣੀ ਗੱਲ ਹੈ ਤਾਂ ਔਰਤਾਂ ਵੱਲੋਂ ਇੱਕ ਕੋਆਪਰੇਟਿਵ ਸ਼ੁਰੂ ਕਰਨੀ, ਆਪੋ ਵਿੱਚ ਰਲ ਮਿਲ ਕੇ। ਲੋਕਾਂ ਨੇ ਕਿਆ ਕਮਾਲ ਕੀਤਾ, ਕੋਈ ਸਾਡੇ ਦੇਖੋ ਅਸੀਂ ਮੰਤਰੀ ਲਾ ਦਿੰਦੇ ਹਾਂ, IAS ਲਾ ਦਿੰਦੇ ਹਾਂ ਵੀ ਕੋਆਪਰੇਟਿਵ ਦੇ ਵਿੱਚ ਜੀ ਆ, ਤਾਂ ਤੁਸੀਂ ਉਹਨਾਂ ਦੇ ਕਰੋੜਾਂ ਦੇ ਖਰਚੇ ਦੇਖ ਲਓ ਸਾਲ ਦੇ, ਪਰ ਸਾਡਾ ਕੋਆਪਰੇਟਿਵ ਹੈ ਕਿੱਥੇ? ਕੀ ਹਾਲ ਕਰਕੇ ਰੱਖ ਛੱਡਿਆ। ਸੋ ਅਲਟੀਮੇਟਲੀ ਜਿਹੜੀ ਗੱਲ ਹੈ ਕਿ ਔਰਤਾਂ ਨੂੰ ਇਸ ਪੱਖ ਤੋਂ ਅਗਾਂਹ ਲਿਆਉਣਾ, ਜੋ ਕਿ ਸਿੰਸੀਅਰਲੀ ਕੰਮ ਵੀ ਕਰਨਗੀਆਂ ਕਿਉਂਕਿ ਉਹਨਾਂ ਨੇ ਆਪਣੀ ਐਗਜ਼ਿਸਟੈਂਸ ਸ਼ੋ ਕਰਨੀ ਹੈ। ਫਿਰ ਪੋਲਟਰੀ ਵਿੱਚ ਕਿਉਂ ਨਹੀਂ ਅਸੀਂ ਔਰਤਾਂ ਨੂੰ ਪ੍ਰੋਤਸਾਹਿਤ ਕਰਦੇ? ਅਸੀਂ ਕਿਉਂ ਇਹ ਕਿੱਤੇ ਵੱਖ ਜੋੜ ਦਿੱਤੇ ਕਿ ਸਿਰਫ ਮਰਦਾਂ ਵਾਲਾ ਪਾਸਾ ਹੈ? ਇਸੇ ਤਰ੍ਹਾਂ ਹੁਣ ਦੇਖੋ ਸਿੰਪਲ ਜੀ ਗੱਲ ਕਿ ਬਾਇਓਗੈਸ ਪ੍ਰੋਡਕਸ਼ਨ, ਕਿਉਂ ਨਹੀਂ ਆ 10 ਔਰਤਾਂ ਹਰ ਪਿੰਡ ਦੀਆਂ ਰਲ ਕੇ ਲਓ ਜੀ ਇਹਨਾਂ ਦਾ ਜ਼ਿੰਮੇ ਲਾ ਦਿੱਤਾ, ਪੂਰੇ ਪਿੰਡ ਵਿੱਚ ਬਾਇਓਗੈਸ ਇਹ ਪਹੁੰਚਾਉਣਗੀਆਂ, ਘਰ ਵਿੱਚ ਬੈਠੀਆਂ ਹੋਈਆਂ ਪ੍ਰੋਪਰ ਤਰੀਕੇ ਆਪਣੀ ਆਮਦਨ ਵੀ ਵਧਾਉਣ ਤੇ ਫਿਰ ਇੱਜ਼ਤ ਨਾਲ ਜੀਣ, ਤੇ ਉਹ ਪਿੰਡ ਵਿੱਚ ਤੁਸੀਂ ਸਮਝੋ ਮਾਨ ਸਨਮਾਨ ਦੀਆਂ ਹੱਕਦਾਰ ਹੋਣਗੀਆਂ। ਕਿਉਂ ਕੋਈ ਵੀ ਜਣਾ ਮਾੜੀ ਅੱਖ ਰੱਖੇਗਾ ਜਾਂ ਉਹਨਾਂ ਦੀ ਬੇਪੱਤੀ ਕਰੇਗਾ? ਸੋ ਇਹ ਇੰਨੀਆਂ ਕੁ ਸਿੰਪਲ ਚੀਜ਼ਾਂ ਨੇ ਜਿਹੜੀਆਂ ਅਸੀਂ ਕਿਸੇ ਵੀ ਪਾਰਟੀ ਵੱਲੋਂ ਕਦੇ ਵੀ ਨਹੀਂ, ਸਗੋਂ ਅਸੀਂ 1000 ਸੁੱਟ ਦਿਆਂਗੇ, ਅਸੀਂ ਤੁਹਾਡਾ ਜੀ ਕਿਰਾਇਆ ਮੁਫਤ ਕਰ ਦਿਆਂਗੇ। ਕਿਉਂ ਔਰਤਾਂ ਨੂੰ ਭਿੱਖ ਮੰਗੀਆਂ ਬਣਾ ਰਹੇ ਆ? ਕਿਉਂ? ਉਹਨਾਂ ਨੂੰ ਕਹੋ ਤੁਸੀਂ ਆਪਣੀ ਕਮਾਈ ਕਰੋ, ਕਿਰਾਇਆ ਦੁੱਗਣਾ ਵੀ ਲਾ ਕੇ ਜਾਣਗੀਆਂ ਪਰ ਆਪਣੀ ਕਮਾਈ ਨਾਲ ਜਾਣ। ਫਿਰ ਤੁਸੀਂ ਇਹ ਦੇਖੋ ਕਿਚਨ ਫਾਰਮਿੰਗ ਕਿੰਨੀ ਸਿੰਪਲ ਜੀ ਗੱਲ ਏ ਕਿ ਅੱਜ ਕੱਲ ਆਰਗੈਨਿਕ ਸਾਨੂੰ ਪਤਾ 4-4 ਗੁਣੀ ਮਹਿੰਗੀ ਚੀਜ਼ ਮਿਲ ਰਹੀ ਹੈ ਜੀ। ਹੁਣ ਇਹ ਪਿੰਡਾਂ ਦੇ ਵਿੱਚ ਸਾਡੀਆਂ ਜੋ ਔਰਤਾਂ ਨੇ ਕਿਉਂ ਗੋਡੇ ਫੜ ਕੇ ਬਹਿ ਜਾਂਦੀਆਂ, ਕਿਉਂ ਪਿੱਠ ਫੜ ਕੇ ਬਹਿ ਜਾਂਦੀਆਂ ਕਿ ਉਹਨਾਂ ਨੂੰ ਅਸੀਂ ਸੀਮਤ ਕਰ ਦਿੱਤਾ ਘਰ ਦੇ ਅੰਦਰ ਤੱਕ, ਉਹਨਾਂ ਨੂੰ ਕੋ ਨਿਕਲੋ। ਤੇ ਇਹ ਆਰਗੈਨਿਕ ਪ੍ਰੋਡਿਊਸ ਆਪਣੇ ਤੁਸੀਂ ਘਰ ਦੇ ਨੇੜੇ ਜੋ ਸ਼ੁਰੂ ਕਰੋ, ਉਹਦੀ ਅਸੀਂ ਕਿਸੇ ਵੀ ਪਾਰਟੀ ਨੇ ਇਹ ਦੱਸਿਆ ਹੋਵੇ ਕਿ ਉਹ ਕਿਸ ਤਰੀਕੇ ਉਸ ਆਰਗੈਨਿਕ ਪ੍ਰੋਡਿਊਸ ਨੂੰ ਤੁਸੀਂ ਅਗਾਂਹ ਵੇਚਣ ਦਾ ਪ੍ਰਬੰਧ ਕਰੋਗੇ, ਕਿਵੇਂ ਉਹਨੂੰ ਯਾਨੀ ਔਰਤ ਦੀ ਸਸ਼ਕਤੀਕਰਨ ਉਸ ਪੱਧਰ ਤੇ ਪਿੰਡ ਪੱਧਰ ਤੇ ਕਰ ਦਿਆਂਗੇ ਤਾਂ ਹਰ ਪਿੰਡ ਤੁਸੀਂ ਸੋਚ ਕੇ ਵੇਖੋ ਕਿਵੇਂ ਛਲਾਂਗਾ ਮਾਰਦਾ ਅਗਾਂਹ ਜਾਏਗਾ, ਜਿੱਥੇ ਹਰ ਬੰਦਾ ਪੜ੍ਹਿਆ ਲਿਖਿਆ ਸਮਝਦਾਰ ਤੇ ਆਪਣੇ ਹੱਕ ਦੀ ਕਮਾਈ ਕਰੇਗਾ। ਤਾਂ ਕੌਣ ਚਾਹੇਗਾ ਕਿ ਅਸੀਂ ਟੈਂਕੀਆਂ ਤੇ ਭੁੱਖੇ ਚੜੇ ਰਹੀਏ ਜਾਂ ਅਸੀਂ ਇਹਨਾਂ ਅੱਗੇ ਗੋਡੇ ਟੇਕਦੇ ਰਹੀਏ, ਸਾਨੂੰ ਦੇ ਦਿਓ ਜੀ ਨੌਕਰੀ ਦੇ ਦਿਓ ਜੀ? ਕਿਉਂ? ਲੋੜ ਹੀ ਨਹੀਂ। ਸਾਡੇ ਤਾਂ ਬੰਦੇ ਆਪ ਇਹ ਔਰਤਾਂ ਘਰਾਂ ਵਿੱਚ ਕਮਾਈ ਕਰਨ ਯੋਗ ਬਣ ਸਕਦੀਆਂ। ਦੇਖੋ ਕਿੰਨੇ ਕੁ ਨੇ ਸਾਡੇ ਕੋਲ ਆਲ ਵੂਮਨ ਪੁਲਿਸ ਸਟੇਸ਼ਨਸ ਜੀ,
ਫਿਰ ਹਰਿਆਣੇ ਵਿੱਚ ਔਰਤਾਂ ਲਈ ਮੈਡੀਕਲ ਕਾਲਜ ਕੱਲੇ ਖੁੱਲੇ ਪਏ ਨੇ, ਜਿੱਥੇ ਔਰਤਾਂ ਖੁੱਲ ਕੇ ਸਾਹਮਣੇ ਆ ਰਹੀਆਂ ਨੇ। ਸਾਡੇ ਤੁਸੀਂ ਮੈਡੀਕਲ ਕਾਲਜ ਤਾਂ ਸਾਡੇ ਬੰਦ ਹੀ ਹੋ ਚੁੱਕੇ ਨੇ, ਅਸੀਂ ਗੱਲਾਂ ਹੀ ਕੀ ਕਰਦੇ ਆ। ਤੇ ਬਿਲਕੁਲ, ਉਹ ਤਾਂ ਜੀ ਹੁਣ ਤਾਂ ਨਵਾਂ ਕੰਮ ਹੀ ਕਰਤਾ। ਜਿਹੜੀ ਰਹਿੰਦ ਖੂੰਦ ਸੀਗੀ ਪੰਜਾਬ ਸਰਕਾਰ ਨੇ ਪੜ੍ਹਾਈ ਦਾ ਨਾਸ ਵੱਜਣ ਮਾਰਤਾ, ਉਹ ਜਿਹੜਾ UGC ਨਾਲੋਂ ਹੀ ਡੀ-ਲਿੰਕ ਕਰ ਦਿੱਤੇ ਨੇ ਕਾਲਜਸ ਪੰਜਾਬ। ਬਿਲਕੁਲ, ਅਸੀਂ ਤਾਂ ਸਾਡਾ ਸਿਆਸੀਕਰਨ ਇੰਨਾ ਵਿੱਦਿਆ ਦਾ ਹੋ ਗਿਆ, ਕਿਉਂਕਿ ਸਾਡੀ ਸਿਆਸੀ ਪਾਰਟੀਆਂ ਨੂੰ ਜੋ ਕਿ ਹੁਣ ਮੈਂ ਤਾਂ ਆਪ ਹੈਰਾਨ ਆ, ਕਿਸੇ ਨੇ ਮੈਨੂੰ ਆਡੀਓ ਵੀ ਭੇਜੀ ਜਿੱਥੇ ਗੱਲ ਕਰਦੇ ਨੇ, ਮੈਂ ਨਾਂ ਨਹੀਂ ਲੈਂਦੀ ਕਿਸ ਦਾ, ਕਿ ਸਾਨੂੰ ਤਾਂ ਇਹ ਬੇਵਕੂਫ ਹੀ ਚੰਗੇ ਨੇ, ਇਹਨਾਂ ਨੂੰ ਬੋਤਲ ਦੇ ਦਈਏ ਅਸੀਂ ਜਾਂ ਕਰੇਟ ਬੋਤਲ ਦਾ, ਇਹ ਇੱਕ ਦਿਨ ਪਹਿਲਾਂ ਪਹੁੰਚ ਜਾਏ ਤੇ ਸਾਡੀ ਕੁਰਸੀ ਪੱਕੀ ਹੋ ਜਾਂਦੀ। ਇਸ ਸੋਚ ਤੱਕ ਸੀਮਤ ਰੱਖਣ ਲਈ ਜਿੱਥੇ ਅੱਜ ਤੱਕ ਅਸੀਂ ਨਸ਼ੇ ਵੰਡੇ ਜਾ ਰਹੇ ਹਾਂ, ਜਿੱਥੇ ਅਸੀਂ ਗੱਲ ਕਿਹੜੀ ਕਰ ਰਹੇ ਹਾਂ, ਇਹੋ ਜਿਹੀ ਸੋਚ ਕਿਸ ਦੀ ਹੋਣੀ ਹੈ, ਵਿਜ਼ਨ ਕਿਸ ਦੀ ਹੋਣੀ ਹੈ। ਤਾਂ ਸੀਮਤ ਕਰਤੇ ਭਾਈ, ਰੋਜ਼ੀ ਰੋਟੀ ਸਵੇਰ ਦੀ ਰੋਟੀ ਸ਼ਾਮ ਦੀ ਰੋਟੀ ਤੱਕ ਸੀਮਤ ਹੋਵੋ। ਤੁਸੀਂ ਨਸ਼ਿਆਂ ਨੂੰ ਲਓ ਤੇ ਗਰਕ ਜਾਓ ਤੇ ਸਿਰਫ ਸੋਚ ਆਪਣੀ ਬੰਦ ਕਰਕੇ ਸਵੇਰੇ ਸਾਨੂੰ ਵੋਟ ਪਾਓ। ਜਦੋਂ ਅਸੀਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਹੋਈਏ, ਇਹ ਵਿਜ਼ਨ ਕਿਸ ਦੀ ਹੋਣੀ ਹੈ? ਦੇਖੋ ਨਾ, ਕਿੰਨੀ ਕੁ ਵੱਡੀ ਗੱਲ ਹੈ ਕਿ ਆਲ ਵੂਮਨ ਬੱਸਿਸ ਹੋਣ। ਤੁਸੀਂ ਵੇਖੋ ਜਿਹੜੀਆਂ ਬੱਸਾਂ ਦੇ ਵਿੱਚ ਸਾਡੀਆਂ ਬੇਟੀਆਂ ਨੇ, ਜਿਹੜੀਆਂ ਕਹਿੰਦੀਆਂ ਨੇ, ਸਾਹਮਣੇ ਆਈਆਂ ਨੇ, ਟੀਵੀ ਦੇ ਵਿੱਚ ਵੀ ਆ ਚੁੱਕੀਆਂ ਵੀ ਮੈਨੂੰ ਡਰਾਈਵਿੰਗ ਆਉਂਦੀ ਹੈ, ਮੈਂ ਬੱਸ ਚਲਾਉਣਾ ਚਾਹੁੰਦੀ ਹਾਂ, ਕੰਡਕਟਰ ਬਣਨਾ ਚਾਹੁੰਦੀਆਂ ਨੇ। ਤੇ ਜੇ ਇਹ ਬੇਟੀਆਂ ਅਗਾਂਹ ਆਉਣ ਜਿੱਥੇ ਕੱਲੀਆਂ ਔਰਤਾਂ ਹੀ ਟਰੈਵਲ ਕਰ ਰਹੀਆਂ, ਕਿਸਨੇ ਛੇੜਖਾਨੀ ਕਰਨੀ ਹੈ, ਕੌਣ ਆਊਗਾ? ਉਹ ਕ੍ਰਾਈਮ ਅਗੇਂਸਟ ਵੂਮਨ ਕਿੱਥੇ ਜਾਂਦਾ, ਇਹ ਵੇਖੋ। ਬਿਲਕੁਲ ਜੀ। ਫਿਰ ਕਿਉਂ ਨਾ ਅਸੀਂ ਉਬਰ ਵਾਲਿਆਂ ਨਾਲ ਕਰਕੇ, ਲਓ ਜੀ ਇਹ ਕਹਿਣ 50% ਉਬਰ ਦੀਆਂ ਜਿਹੜੀਆਂ ਟੈਕਸੀਆਂ ਨੇ ਉਹ ਸਾਰੀਆਂ ਔਰਤਾਂ ਚਲਾਉਣਗੀਆਂ, ਕਿਉਂ ਨਹੀਂ ਚਲਾ ਸਕਦੀਆਂ? ਬੱਸਾਂ ਬਾਹਰ ਚਲਾਈ ਜਾਂਦੀਆਂ ਜੀ, ਟਰੱਕ ਚਲਾਈ ਜਾਂਦੀਆਂ, ਤੁਸੀਂ ਦਿਓ ਕਾਨੂੰਨ। ਇਹ ਐਂ ਥੋੜਾ ਵੀ ਆਪਾਂ ਦੇਖੋ ਬਾਹਰ ਹੁਣ ਬੰਬੇ ਹੀ ਲੈ ਲਓ, ਬੰਬੇ ਬੱਚੀਆਂ ਰਾਤ ਨੂੰ ਆਉਂਦੀਆਂ ਨੇ, ਬਾਹਰ ਵੀ ਆਉਂਦੀਆਂ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਮੈਂ ਚੀਨ ਦੇ ਵਿੱਚ ਦੇਖ ਰਿਹਾ ਕਿ ਹੁਣ ਬੜੇ ਵੀਡੀਓ ਚੀਨ ਦੀਆਂ ਟਰੱਕ ਡਰਾਈਵਰ ਕੁੜੀਆਂ ਬਹੁਤ ਆ ਰਹੀਆਂ ਨੇ, ਵਾਇਰਲ ਹੋ ਰਹੀਆਂ ਉਹਨਾਂ ਦੀਆਂ ਵੀਡੀਓਜ਼। ਤੇ ਇੰਡੀਆ ਨੂੰ ਕਿਉਂ ਬਿਮਾਰੀ ਪਈ ਹੈ ਵੀ ਵੇਖਣ ਵਾਲੀ ਗੱਲ। ਬਿਲਕੁਲ ਬਿਲਕੁਲ, ਅਜੇ ਇੰਡੀਆ 'ਚ ਵੀ ਦੇਖੋ ਮੁੰਬਈ ਵਿੱਚ ਕਰ ਸਕਦੀਆਂ ਨੇ, ਬੈਂਗਲੌਰ ਕਰ ਸਕਦੀਆਂ ਨੇ, ਤਾਂ ਪੰਜਾਬ ਦੀਆਂ ਇੰਨੀਆਂ ਅਗਾਂਹ ਵਧੂ ਸਾਡੀਆਂ ਬੇਟੀਆਂ ਕਿਉਂ ਨਹੀਂ ਕਰ ਸਕਦੀਆਂ? ਨਾਲੇ ਜਿੱਥੇ ਅਸੀਂ ਇਹ ਗੱਲ ਕਹਿੰਦੇ ਕਿ ਪੰਜਾਬ ਤਾਂ ਬੱਚੀਆਂ ਦਾ, ਧੀਆਂ ਦਾ ਰਖਵਾਲਾ ਸੂਬਾ, ਫਿਰ ਉਹੋ ਜਿਹੇ ਥਾਂ ਦੇ ਉੱਤੇ ਫਿਰ ਅਸੀਂ ਇਹੋ ਜਿਹੀ ਗੱਲ ਕਰੀਏ ਤਾਂ ਫਿਰ ਆਪਣੇ ਉਹਦੇ ਵਿੱਚ ਵੱਡੀ ਗੱਲ ਹੈ ਜੀ। ਦੇਖੋ ITIs ਖੁੱਲ ਰਹੇ ਨੇ ਜੇ ਕੱਲੀਆਂ ਬੇਟੀਆਂ ਦੇ ਨਾਂ ਤੇ, ਕਿਉਂ ਨਹੀਂ ਅਸੀਂ ਖੋਲ ਸਕਦੇ ਕਿ ਸਾਡੇ ਹਰ ਪਿੰਡ ਦੀ ਬੱਚੀ ਆਪਣੇ ਆਪ ਨੂੰ ਸੁਰੱਖਿਅਤ ਸਮਝੇ ਵੀ ਮੈਂ ਚੱਲੀ ਆ ਤੇ ਮੈਂ ਸਿੱਖ ਕੇ ਪੜ੍ਹ ਲਿਖ ਕੇ ITI ਕਰਕੇ ਤੇ ਮੈਂ ਵਿਸ਼ਵ ਪੱਧਰ ਦਾ ਨਾਮ ਕਮਾਵਾਂਗੀ। ਕਿਉਂ ਸਾਡੀਆਂ ਬੇਟੀਆਂ ਮਜਬੂਰ ਨੇ ਕਿ ਦੂਸਰੇ ਵਤਨਾਂ ਵਿੱਚ ਜਾਣ, ਨੌਕਰੀਆਂ ਇੱਥੇ ਹੈ ਨਹੀਂ, ਤੇ ਕਿਉਂ ਉੱਥੇ ਜਾ ਕੇ ਇਹੋ ਜਿਹੇ ਉਹਨਾਂ ਨੂੰ ਮਜਬੂਰੀ 'ਚ ਭਾਂਡੇ ਧੋਣੇ ਪੈਣ, ਕੰਮ ਕਰਨੇ ਪੈਣ, ਰਾਤ ਨੂੰ ਪੋਚੇ ਝਾੜੂ ਲਾਉਣ ਦੇ ਵਿੱਚ ਕਿਉਂ ਜੁਟਣ? ਕਿਉਂ ਨਹੀਂ ਸਾਡੀਆਂ ਬੇਟੀਆਂ ਪੜ੍ਹ ਲਿਖ ਕੇ ਉੱਚੀਆਂ ਪਦਵੀਆਂ ਹਾਸਲ ਕਰਨ? ਫਿਰ ਵੂਮਨ ਮਾਰਸ਼ਲਸ ਹੈ ਕਿਸੇ ਦੇ ਦਿਮਾਗ ਵਿੱਚ ਵੀ ਆਈ ਹੋਏ ਗੱਲ ਵੀ ਜੇ ਦੁਨੀਆ ਦੇ ਹਰ ਹਿੱਸੇ ਵਿੱਚ ਹਨ ਤਾਂ ਇਹ ਕਾਲਜਸ ਵਿੱਚ, ਪਾਰਕਸ ਵਿੱਚ, ਬੱਸਾਂ ਦੇ ਵਿੱਚ, ਮਾਲਸ ਦੇ ਵਿੱਚ ਸਾਡੀਆਂ ਵੂਮਨ ਮਾਰਸ਼ਲਸ ਖੜੀਆਂ ਹੋਣ। ਤੁਸੀਂ ਸੋਚ ਕੇ ਵੇਖੋ ਕਿ ਕਿਸ ਤਰ੍ਹਾਂ ਸੋਚ ਤਬਦੀਲ ਹੋਏਗੀ ਸਾਡੇ ਨੌਜਵਾਨ ਬੱਚਿਆਂ ਦੀ ਕਿ ਭਾਈ ਇਹ ਔਰਤ ਇੱਕ ਸਿਰਫ ਸ਼ੈ ਨਹੀਂ ਹੁੰਦੀ, ਇਹ ਇੱਕ ਪਾਵਰਫੁਲ ਹੈ ਆਪਣੇ ਆਪ ਵਿੱਚ, ਮਾਨਸਿਕ ਪੱਖੋਂ ਵੀ, ਸਰੀਰਕ ਪੱਖੋਂ ਵੀ। ਸਪੋਰਟਸ ਅਕੈਡਮੀਜ਼ ਖੁੱਲੀਆਂ ਹੋਣ ਸਾਡੀਆਂ ਬੇਟੀਆਂ ਲਈ, ਪੋਲੀਟੀਕਲ ਵਿੰਗ ਤਿਆਰ ਹੋਏ ਹੋਣ ਜਿੱਥੇ ਸਾਡੀਆਂ ਨੌਜਵਾਨ ਬੇਟੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਵੀ ਭਾਈ ਕੱਲੀ ਸ਼ਰਾਬ ਜਾਂ ਨਸ਼ਾ ਦੇ ਕੇ ਨਹੀਂ, ਬਹੁਤ ਹੋਰ ਢੰਗ ਨੇ। ਵਿਜ਼ਨ ਲਿਆਓ ਸਾਹਮਣੇ, ਦੇਖੋ ਇਹ ਤਬਦੀਲੀ ਲਿਆਣੀ ਹੈ। ਕਿਉਂਕਿ ਭਾਜੀ ਦੇਖੋ ਸਿਰਫ ਤੇ ਸਿਰਫ ਸਾਡੇ ਕੋਲ ਜੋ ਇਹ ਹੁਣ ਵਿਸ਼ਵ ਪੱਧਰ ਦੇ ਜੋ ਵਿਗਿਆਨੀ ਨੇ, ਭੂ ਵਿਗਿਆਨੀ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਵਿੱਚ ਸਿਰਫ 17 ਸਾਲ ਲਈ ਪਾਣੀ ਬਚਿਆ ਜੇ, ਥੱਲੋਂ ਖਤਮ ਜੇ ਕਹਾਣੀ। ਜਦੋਂ ਇਹੋ ਜਿਹੇ ਹਾਲਾਤ ਹੋਣ, ਅਸੀਂ ਅਜੇ ਵੀ ਸਿਰਫ ਉਹ ਨਸ਼ਿਆਂ ਦੇ ਵਿੱਚ ਦਲਦਲ 'ਚ ਧੱਕ ਕੇ ਜਾਂ ਸ਼ਰਾਬ ਪਿੱਛੇ ਵੋਟਾਂ ਲੈ ਰਹੇ, ਜਿਸ ਲਈ ਲੈਂਦੇ ਸਾਰ ਫਿਰ ਅੱਗੋਂ ਕੀ ਕਰ ਰਹੇ ਨੇ ਪਿੰਡਾਂ ਵਿੱਚ। ਜੋ ਮੈਨੂੰ ਵੀ ਨਿਊਜ਼ ਰਾਹੀਂ ਹੀ ਪਤਾ ਲੱਗਿਆ ਵੀ ਤੁਹਾਡੇ ਪਿੰਡ ਵਿੱਚ 10 ਟਿਊਬਵੈਲ ਹੋਰ ਲਵਾ ਦਾਂਗੇ। ਆਖਰ ਇਹਨਾਂ ਤੇ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜੋ ਇਹੋ ਜਿਹੀਆਂ ਗੱਲਾਂ ਜਾ ਕੇ ਕਰ ਰਹੇ ਨੇ। ਇਹਨਾਂ ਨੂੰ ਕੋਈ ਪੁੱਛੇ ਵੀ ਭਾਈ 17 ਸਾਲਾਂ ਬਾਅਦ ਜਦੋਂ ਮੋਇੰਜੋ ਦੜੋ ਬਣਾਇਆ ਹੋਏਗਾ, ਤੁਸੀਂ 2 ਵਾਰ ਹੋਰ ਚੋਣਾਂ ਜਿੱਤ ਲਓਗੇ ਇੰਜ, ਉਸ ਤੋਂ ਬਾਅਦ ਛੱਡ ਕੇ ਹੀ ਜਾਓਗੇ ਕਿਤੇ। ਜਦੋਂ ਪਾਣੀ ਹੈ ਨਹੀਂ, ਕੌਣ ਜੀਏਗਾ ਇੱਥੇ?
5 ਦਰਿਆਵਾਂ ਦੇ ਨਾਲ ਇਹ ਸਿੰਜਿਆ ਹੋਇਆ ਗੁਰੂਆਂ ਪੀਰਾਂ ਪੈਗੰਬਰਾਂ ਦੀ ਥਾਂ ਅਸੀਂ ਸਿਰਫ ਇਹ ਸੌੜੀ ਸੋਚ ਵਾਲੇ ਸਿਆਸਤਦਾਨ ਜੋ ਆਪਣੇ ਟੱਬਰਾਂ ਤੱਕ ਸੀਮਤ ਨੇ, ਜਿਨ੍ਹਾਂ ਨੇ ਕਰੋੜਾਂ ਦੀਆਂ ਜਾਇਦਾਦਾਂ ਪੰਜਾਬੋਂ ਬਾਹਰ ਵਤਨੋਂ ਪਾਰ ਬਣਾਈ ਬੈਠੇ ਨੇ, ਜੋ ਆਪਣੇ ਬੱਚੇ ਬਾਹਰ ਸੈੱਟ ਕਰੀ ਬੈਠੇ ਨੇ, ਜਿਨ੍ਹਾਂ ਨੇ ਉਡਾਰੀ ਮਾਰ ਜਾਣਾ, ਉਹ ਪੰਜਾਬ ਨੂੰ ਕਿਸ ਹਾਲਤ ਵਿੱਚ ਡੋਬ ਕੇ ਜਾਣਗੇ ਸਾਨੂੰ ਕਿਉਂ ਨਹੀਂ ਸਮਝ ਆ ਰਹੀ। ਇਸ ਪੱਖੋਂ ਜਦ ਤੱਕ ਅਸੀਂ ਜਾਗਰਤ ਨਹੀਂ ਹੁੰਦੇ, 2 ਕੀ ਵਾਰ ਨੇ ਜੀ, 10 ਸਾਲ ਇੰਜ ਲੰਘਾਤੇ 2 ਹੋਰ ਚੋਣਾਂ 'ਚ, ਤੇ 17 ਸਾਲਾਂ ਨੂੰ ਤਾਂ ਪਾਣੀ ਨਹੀਂ ਬਚਣਾ ਦਾ ਮਤਲਬ ਇੱਕੋ ਰਾਤ ਤਾਂ ਨਹੀਂ ਜਾਣਾ, ਤਰਾ ਹੋ ਜਾਣੀ। ਅਸੀਂ ਉਸ ਤੋਂ ਬਾਅਦ ਸਾਰੇ ਹੀ ਇੱਥੋਂ ਉੱਡਣ ਨੂੰ ਤਿਆਰ ਹੋਣਗੇ ਜੀ। ਤਾਂ ਫਿਰ ਅਸੀਂ ਆਪਣੇ ਪੰਜਾਬ ਲਈ ਕਦੋਂ ਜਾਗਾਂਗੇ? ਸਾਡੀ ਕਦੇ ਤਾਂ ਅਸੀਂ ਹੋਸ਼ ਕਰੀਏ ਕਿ ਜੇ ਅਸੀਂ ਆਏ ਅੱਧ ਪਾਸਿਓਂ ਨਾ ਅਲਟੀਮੇਟਲੀ ਆਪਣੀਆਂ ਬੇਟੀਆਂ ਨੂੰ, ਆਪਣੀਆਂ ਭੈਣਾਂ ਨੂੰ ਅਗਾਂਹ ਨਾ ਲਿਆਏ ਪੋਲੀਟੀਕਲ ਵਿੰਗ ਵਿੱਚ, ਤਾਂ ਫਿਰ ਭਾਜੀ ਉਹੀ ਖਬਰਾਂ ਆਉਂਦੀਆਂ ਰਹਿਣਗੀਆਂ ਕਿ ਸਾਡੀਆਂ ਬੇਟੀਆਂ ਇਹਨਾਂ ਸਿਆਸਤਦਾਨਾਂ ਨੇ ਧਾਰਮਿਕ ਥਾਵਾਂ ਤੇ ਵੀ ਪਾੜੀਆਂ, ਅਸੈਂਬਲੀਆਂ ਵਿੱਚ ਬੈਠ ਕੇ ਪੌਰਨ ਮੂਵੀਆਂ ਵੀ ਚਲਾਈਆਂ, ਸੈਕਸ ਸਕੈਂਡਲ ਵੀ ਖੋਲੇ, ਅੱਡੇ ਵੀ ਜਿਸਮਾਨੀ ਸ਼ੋਸ਼ਣ ਲਈ ਖੋਲੇ। ਤਾਂ ਫਿਰ ਇਹ ਨਹੀਂ ਜੇ ਅਸੀਂ ਰੋਕ ਸਕਦੇ, ਜਿੱਥੇ ਸੈਂਸਿਟੀਵਿਟੀ ਟੁਵਰਡਸ ਵੂਮਨ ਆ ਹੀ ਨਹੀਂ ਸਕਦੀ, ਜਿੱਥੇ ਇੱਕ ਚੀਫ ਮਿਨਿਸਟਰ ਤੱਕ ਦੇ ਉੱਤੇ ਮੀ ਟੂ ਦੇ ਇਲਜ਼ਾਮ ਹੋਣ ਤੇ 41% ਪੋਲੀਟੀਸ਼ੀਅਨਸ ਔਰਤਾਂ ਦਾ ਸ਼ੋਸ਼ਣ ਕਰਦੇ ਹੋਣ ਜਾਂ ਲੁੱਟਾਂ ਖੋਹਾਂ ਵਿੱਚ ਸ਼ਾਮਲ ਹੋਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਿੱਚ ਸ਼ਾਮਲ ਹੋਣ, ਇਹਨਾਂ ਤੋਂ ਕੀ ਐਕਸਪੈਕਟ ਕਰ ਰਹੇ ਹਾਂ ਅਸੀਂ? ਕਦੋਂ ਜਾਗਾਂਗੇ? ਤੇ ਸਹੀ ਮਾਇਨਿਆਂ ਵਿੱਚ ਪੜ੍ਹੇ ਲਿਖੇ ਸੁਹਿਰਦ ਉਹ ਲੋਕ ਜੋ ਪੰਜਾਬ ਲਈ ਦਰਦ ਰੱਖਦੇ ਹੋਣ, ਅਗਾਂਹ ਜਦ ਤੱਕ ਨਹੀਂ ਲਿਆਵਾਂਗੇ, ਔਰਤਾਂ ਨੂੰ ਵਾਕਈ ਬਰਾਬਰੀ ਦਾ ਦਰਜਾ ਨਹੀਂ ਦੇਵਾਂਗੇ, ਪਿੰਡ ਪੱਧਰ ਤੇ ਅਸੀਂ ਮਜ਼ਬੂਤ ਨਹੀਂ ਕਰਦੇ ਆਪਣਾ ਸਟਰਕਚਰ, ਪੰਜਾਬ ਦੀ ਪਾਣੀ ਲਈ, ਪੰਜਾਬ ਦੀ ਹਵਾ ਲਈ, ਪੰਜਾਬ ਦੀ ਧਰਤੀ ਜੋ ਜ਼ਹਿਰੀ ਹੋਈ ਜਾਂਦੀ ਹੈ, ਇਹਨੂੰ ਨਹੀਂ ਬਚਾਵਾਂਗੇ ਤਾਂ ਵੀਰੇ ਪੰਜਾਬ ਤਾਂ ਸਿਵਿਆਂ ਵੱਲ ਨੂੰ ਤੁਰ ਚੱਲਿਆ। ਜੇ ਜਾਗ ਸਕਦੇ ਆ ਵੇਲੇ ਸਿਰ ਜਾਗ ਜਾਈਏ, ਨਹੀਂ ਬਾਅਦ ਵਿੱਚ ਜਾਗਣ ਦਾ ਫਾਇਦਾ ਹੀ ਕੋਈ ਨਹੀਂ ਹੋਣਾ। ਸੋ ਵੈਸੇ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੰਪਲੋਇਮੈਂਟ ਬਹੁਤ ਵੱਡੀ ਗੱਲ ਆ। ਅੱਜ ਮੈਂ ਇੱਕ ਬੜੀ ਅੱਛੀ ਮੈਨੂੰ ਗੱਲ ਲੱਗੀ ਕਿ ਦੇਖੋ ਜਗਪਾਲ ਸਿੰਘ ਅਬੁਲ ਖੁਰਾਨਾ ਨਾਲ ਮੈਂ ਇੰਟਰਵਿਊ ਕਰਕੇ ਆਇਆ ਜੀ ਲੰਬੀ ਹਲਕੇ ਤੋਂ, ਉਹਨਾਂ ਨੇ ਬੜੀ ਤੁਹਾਡੇ ਵਾਲੀ ਗੱਲ ਕੀਤੀ, ਜਿਵੇਂ ਇੱਕ ਮੇਲ ਨਹੀਂ ਖਾਂਦਾ ਹੁੰਦਾ। ਉਹ ਕਹਿੰਦੇ ਵੀ ਦੇਖੋ ਸਾਡਾ ਇਲਾਕਾ ਸੇਮ ਦਾ ਮਾਰਾ ਇਲਾਕਾ ਹੈ, 30 ਸਾਲ ਹੋ ਗਏ ਸੇਮ ਦੇ ਵਿੱਚ ਡੁੱਬਿਆਂ ਨੂੰ, ਕਿਸੇ ਨੇ ਉਹਦਾ ਇਲਾਜ ਨਹੀਂ ਕੀਤਾ। ਮੈਂ ਕਿਹਾ ਜੀ ਇਹਦਾ ਹੱਲ ਕੀ ਹੈ? ਕਹਿੰਦੇ ਦੇਖੋ ਜਿੱਥੇ ਕੁਦਰਤ ਹੈ, ਕੁਦਰਤ ਨਾਲ ਤਾਂ ਦੇਖੋ ਇੱਕ ਲੜਨਾ ਜਾਂ ਇਹਨੂੰ ਡਰੇਨ ਕਰਨਾ ਉਹ ਇੱਕ ਬੜਾ ਲੰਮਾ, ਪਰ ਕਹਿੰਦੇ ਵੀ ਘੱਟੋ ਘੱਟ ਜੇ ਕਹਿੰਦੇ ਤੁਸੀਂ ਗੁਜਰਾਤ ਦੇਖੋ, ਗੁਜਰਾਤ ਦੇ ਵਿੱਚ ਉੱਥੋਂ ਦਾ ਅਮੂਲ ਜਿਹੜੀ ਹੈ ਆਪਣੀ ਡੇਅਰੀ ਹੈਗੀ ਹੈ, ਉਹਨੂੰ ਨੋਟ ਕਰੋ। ਤੁਸੀਂ ਅੰਮ੍ਰਿਤਸਰ ਦੇ ਬੜੀਆਂ ਪਾਪੜ ਦੇਖ ਲਓ, ਬੜੀਆਂ ਕਹਿੰਦੇ ਮਾਈਕਰੋ ਸੈਲਫ ਗਰੁੱਪ ਇੰਡਸਟਰੀਜ਼ ਕ੍ਰੀਏਟ ਕੀਤੀਆਂ ਜਾ ਸਕਦੀਆਂ। ਕਹਿੰਦੇ ਲੱਗਦਾ ਕੁਛ ਨਹੀਂ ਜੇ ਨੀਤ ਸਾਫ਼ ਹੋਵੇ ਤਾਂ। ਕਹਿੰਦੇ ਇਹ ਕਰਕੇ ਤੁਸੀਂ ਹਰ ਬੰਦੇ ਨੂੰ ਘਰੇ ਇੰਪਲੋਇਮੈਂਟ ਦੇ ਸਕਦੇ ਹੋ। ਬਿਲਕੁਲ, ਜਿਵੇਂ ਮੈਂ ਤਾਂ ਤੁਹਾਨੂੰ ਦੱਸਿਆ ਬਾਇਓਗੈਸ, ਦੱਸੋ ਹੈ ਕਿੱਡੀ ਕੁ ਵੱਡੀ ਗੱਲ ਜੀ। ਹਰ ਘਰ ਵਿੱਚ, ਇਹਨਾਂ ਨੇ ਬਾਹਰ ਨਹੀਂ ਜਾਣਾ ਕਿਤੇ ਵੀ, ਘਰਾਂ ਦੇ ਅੰਦਰੋਂ ਤੇ ਬਿਨਾਂ ਇਨਵੈਸਟਮੈਂਟ ਦੇ ਤੁਸੀਂ ਆਹ ਚੀਜ਼ ਸ਼ੁਰੂ ਕਰ ਸਕਦੇ ਹੋ, ਜਿੱਥੇ ਤੁਹਾਡੀ ਆਮਦਨ ਬਣ ਜਾਣੀ ਹੈ ਤੇ ਇੱਜ਼ਤ ਵਾਲੀ ਜ਼ਿੰਦਗੀ ਜੀਓਗੇ। ਇੰਨੀਆਂ ਸਿੰਪਲ ਜੀਆਂ ਚੀਜ਼ਾਂ ਹੁੰਦੀਆਂ ਕਿ ਉਹ ਪਿਗਰੀ ਕਿੱਡੀ ਕੁ ਵੱਡੀ ਗੱਲ ਹੈ, ਸੂਰ ਪਾਲ ਸਕਦੀਆਂ ਨੇ ਉਹ। ਕੋਈ ਵੀ ਇਸ ਪਾਸਿਓਂ ਡਾਇਵਰਸੀਫਾਈ ਕਰੀਏ ਆਪਾਂ ਕ੍ਰੌਪਸ, ਫੁੱਲਾਂ ਦੇ ਉੱਤੇ ਕਿਉਂ ਨਹੀਂ ਸਾਡੀਆਂ ਬੇਟੀਆਂ ਕਰ ਸਕਦੀਆਂ? ਫੁੱਲਾਂ ਦਾ ਵਪਾਰ ਉੱਥੋਂ ਸ਼ੁਰੂ ਹੋ ਸਕਦਾ ਹੈ। ਪਰ ਵੱਡੀ ਗੱਲ ਹੈ ਕਿ ਜਦੋਂ ਇਹ ਪਾਰਟੀਆਂ ਖੜੀਆਂ ਹੁੰਦੀਆਂ ਨਾ, ਜੋ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਉਹਨਾਂ ਨੂੰ ਕਹੋ ਜੀ ਇਲਾਜ ਮੁਫਤ ਕਰੋ, ਕਿਉਂ ਸਾਨੂੰ ਸਾਡਾ ਘਰ-ਬਾਰ ਵਿਕਾਣ ਤੇ ਲਾਇਆ ਹੋਇਆ, ਇੰਨਾ ਮਹਿੰਗਾ ਸਾਡਾ ਇਲਾਜ ਕੀਤਾ ਪਿਆ। ਸੋ ਸਭ ਤੋਂ ਵੱਧ ਜ਼ਰੂਰੀ ਗੱਲ ਜੇ ਕਿ ਸਾਡਾ ਇਲਾਜ ਫ੍ਰੀ ਹੋਵੇ। ਜਿਹੜੇ ਹਸਪੀਟਲਸ ਬਣਾਏ ਨੇ ਉਹ ਕਿਉਂ ਸਾਨੂੰ ਚੂੰਡਣ ਲਈ ਰੱਖ ਛੱਡੇ ਨੇ? ਨਾ ਉਹਨਾਂ ਵਿੱਚ ਸਹੂਲਤਾਂ ਨੇ, ਹਸਪੀਟਲਸ ਦੇ ਵਿੱਚ ਮਜਬੂਰੀ ਬਸ ਉਹਨਾਂ ਨੂੰ ਪ੍ਰਾਈਵੇਟ ਜਾਣਾ ਪੈਂਦਾ। ਪੰਜਾਬ ਦੇ ਲੋਕਾਂ ਨੂੰ ਕਿਉਂ ਰਾਜਸਥਾਨ ਜਾਣਾ ਪਵੇ, ਕਿਉਂ ਗੁਆਂਢੀ ਸੂਬੇ ਹਰਿਆਣੇ ਵਿੱਚ ਜਾਣਾ ਪਵੇ, ਜਿੱਥੇ MRI CT ਸਭ ਕੁਝ ਫ੍ਰੀ ਜੇ, ਇਲਾਜ ਫ੍ਰੀ ਜੇ, ਜਿੱਥੇ ਇਸ ਹਾਲ ਤੇ ਪਹੁੰਚੇ ਪਏ ਨੇ ਕਿ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਵੀ ਅੰਦਰ ਉਹਨਾਂ ਦੇ ਫ੍ਰੀ ਮਿਲ ਰਹੀਆਂ ਸੀ। ਯਾਨੀ ਕਿਸ ਪਾਸੇ ਨੂੰ ਤੁਰੇ ਹੋਏ ਆ। ਸੋ ਕਾਲ ਲੈ ਲਈਏ ਜੀ, ਫਿਰ ਇਜਾਜ਼ਤ ਲਵਾਂਗੇ, ਸਮਾਂ ਬੜਾ ਭੱਜਦਾ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ ਜੀ। ਕੌਣ ਸਾ ਬੋਲ ਰਹੇ? ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਰਘਵੀਰ ਸਿੰਘ ਬਲ ਬੋਲਦਾ ਜੀ। ਮੈਂ ਆਸਟ੍ਰੇਲੀਆ ਤੋਂ ਹਾਂ, ਪਰ ਹੁਣ ਮੈਂ ਇੰਡੀਆ ਆਇਆ ਜੀ। ਵੈਲਕਮ ਬਲ ਸਾਹਿਬ। ਸੌਰੀ ਤੁਹਾਨੂੰ ਇੰਟਰਪਟ, ਮੈਂ ਪਹਿਲਾਂ ਵੀ 2 ਵਾਰੀ ਹਾਂ, ਮੈਂ ਉਹੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਕਾਲ ਹੋਲਡ ਤੇ ਰੱਖ ਲਿਓ। ਨਹੀਂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਮੈਂ ਕਈ ਸਾਲਾਂ ਤੋਂ ਮੈਂ
ਮਤਲਬ ਤੁਹਾਨੂੰ ਕਾਲ ਨਹੀਂ ਕਰੀਦੀ ਪਰ ਨਹੀਂ ਵੈਲਕਮ ਜੀ, ਕਾਲ ਕਰਿਆ ਕਰੋ। ਮੈਨੂੰ ਨਾ ਉਹ ਮਜ਼ਾ ਜਿਹਾ ਨਹੀਂ ਆਉਂਦਾ, ਫਿਰ ਸਾਨੂੰ ਐਂ ਲੱਗਦਾ ਕੋਈ ਸੁਣਦਾ ਨਹੀਂ। ਮੈਂ ਇੱਕ ਦਿਨ ਹੀ ਰੱਖ ਲਿਆ ਕਰੀਏ ਆਪਾਂ, ਜਿੱਦਣ ਕਾਲਸ ਲੈ ਲਿਆ ਕਰੀਏ ਜੀ। ਨਹੀਂ ਹੁਕਮ ਜੀ। ਤੁਹਾਡਾ ਪ੍ਰੋਗਰਾਮ ਹੀ ਐਡਾ ਵਧੀਆ ਹੁੰਦਾ ਜੀ, ਇੰਟਰਪਟ ਕਰਨ ਨੂੰ ਦਿਲ ਨਹੀਂ ਕਰਦਾ। ਭੈਣ ਜੀ ਹੁਣੀ ਵੀ ਬਹੁਤ ਵਧੀਆ ਦੱਸ ਰਹੇ ਸੀ, ਜਿਵੇਂ ਡਿਵਰਸਿਫਿਕੇਸ਼ਨ ਔਰਤਾਂ ਵਾਸਤੇ ਇਹਨਾਂ ਨੂੰ ਕੁਝ ਕਰਨਾ ਚਾਹੀਦਾ, ਤੇ ਉਹ ਡਿਵਰਸਿਫਿਕੇਸ਼ਨ ਹੀ ਆ ਜੀ ਐਗਰੀਕਲਚਰ ਦੇ ਵਿੱਚ। ਜੇ ਕਰਨਗੇ ਤੇ ਉਹ ਪਿੰਡਾਂ ਵਾਸਤੇ ਤੇ ਉਹਦੀ ਗਾਂਹ ਮੁੜ ਕੇ ਉਹਦੀ ਮਾਰਕੀਟਿੰਗ ਦਾ ਕੁਝ ਨਾ ਕੁਝ ਸੋਚਣਾ ਪਏਗਾ, ਤੇ ਉਹ ਉਸੇ ਨਾਲ ਹੀ ਕੁਝ ਨਾ ਕੁਝ ਇੰਪਰੂਵਮੈਂਟ ਹੋ ਸਕਦੀ ਜੀ। ਤੇ ਜੀ ਹਾਂਜੀ, ਤੇ ਚਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ। ਤੇ ਤੁਹਾਨੂੰ ਰੀਅਲੀ ਤੁਹਾਡਾ ਜਿਹੜਾ ਪ੍ਰੋਗਰਾਮ ਹੁੰਦਾ ਨਾ ਜੀ, ਤੁਹਾਡਾ ਬਹੁਤ ਉੱਚ ਪਾਇਦਾ ਹੁੰਦਾ ਜੀ। ਤੇ ਇਸ ਕਰਕੇ ਅਸੀਂ ਤਾਂ ਬਹੁਤ ਹਮੇਸ਼ਾ ਹੀ ਸੁਣਦੇ ਰਹੀਦਾ, ਤੇ ਤੁਹਾਡਾ ਹੋਰ ਵੀ ਨਾਲ ਦੇ ਦੋਸਤਾਂ ਨੂੰ ਵੀ ਦੱਸੀਦਾ ਜਿਨ੍ਹਾਂ ਨੂੰ ਜੀ। ਹਾਂਜੀ ਜੀ, ਥੈਂਕ ਯੂ ਵੈਰੀ ਮਚ ਜੀ। ਭੈਣ ਜੀ ਜੀ ਵਿੱਚੋਂ ਕੱਟ ਗਿਆ ਸੀ ਬਾਈ ਜੀ, ਉਹੀ ਕਰ ਰਹੇ ਸੀਗੇ ਕਿ ਭੈਣ ਜੀ ਦਾ ਹੀ ਬਹੁਤ ਧੰਨਵਾਦ, ਪ੍ਰੋਗਰਾਮ ਵੀ ਅੱਛਾ ਹੁੰਦਾ ਹੈ। ਸੋ ਮੈਂ ਕਿਹਾ ਜੀ ਮਿਹਰਬਾਨੀ ਤੁਹਾਡੀ, ਹੈ ਜੀ ਭਾਜੀ। ਪਰ ਮੈਂ ਨਾ ਇੱਕ ਜਾਂਦੇ ਗੱਲ ਜ਼ਰੂਰ, ਜੇ 1 ਮਿੰਟ ਦਾ ਸਮਾਂ ਹੋਏ ਤਾਂ ਜ਼ਰੂਰ ਕਰਨਾ ਚਾਹੁੰਦੀ। ਦੇਖੋ ਤੁਹਾਡਾ ਪ੍ਰੋਗਰਾਮ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਤੁਹਾਡਾ ਮੈਂ ਅੱਗੇ ਵੀ 2-3 ਵਾਰ ਕਿਹਾ ਵੀ ਪਿੱਠ ਪਿੱਛੇ ਤਾਂ ਕਰੀਦੀ ਹੈ, ਪਰ ਮੂੰਹ ਉੱਤੇ ਕਰਨਾ ਚੰਗਾ ਤਾਂ ਨਹੀਂ ਲੱਗਦਾ। ਪਰ ਜੋ ਹਕੀਕਤ ਹੈ ਕਿ ਤੁਹਾਡੀ ਪਿੱਠ ਪਿੱਛੇ ਵੀ ਲੋਕ ਬੜੀ ਤਾਰੀਫ ਕਰਦੇ ਨੇ। ਬੜੇ ਸੰਜੀਦਾ ਪ੍ਰੋਗਰਾਮ ਤੁਸੀਂ ਲੈ ਕੇ ਆਉਂਦੇ ਹੋ, ਤੇ ਇਹਦੇ ਲਈ ਸਾਡਾ ਮਕਸਦ ਇਹੋ, ਮੈਂ ਤੁਹਾਡੇ ਰਾਹੀਂ ਸੁਨੇਹਾ ਦੇਣਾ ਚਾਹੁੰਦੀ ਹਾਂ, ਇਹੋ ਹੁੰਦਾ ਕਿ ਨਾ ਅਸੀਂ ਕਿਸੇ ਨੂੰ ਭੰਡਣਾ ਨਹੀਂ, ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ, ਇਹੋ ਜਿਹੀ ਕੋਈ ਸੋਚ ਨਹੀਂ। ਮਕਸਦ ਸਿਰਫ ਇਹ ਹੁੰਦਾ, ਰਲ ਮਿਲ ਕੇ ਅਸੀਂ ਪੰਜਾਬ ਲਈ ਸਿਰਫ ਖੜੇ ਹਾਂ। ਸਾਨੂੰ ਕੋਈ ਅਹੁਦੇ ਨਹੀਂ ਚਾਹੀਦੇ, ਕੁਝ ਵੀ ਨਹੀਂ ਚਾਹੀਦਾ, ਸਿਰਫ ਪੰਜਾਬ ਹਰਿਆ ਭਰਿਆ ਰਵੇ, ਤੇ ਆਉਣ ਵਾਲੀਆਂ ਨਸਲਾਂ ਸਿਰਫ ਸਾਡਾ ਸ਼ੁਕਰਾਨਾ ਕਰਨ ਕਿ ਚਲੋ ਕਿਸੇ ਨੇ ਪੰਜਾਬ ਲਈ ਦਰਦ ਦਿਖਾਇਆ। ਤੇ ਤੁਹਾਨੂੰ ਜਿੰਨੇ ਵੀ ਸੁਣਦੇ ਨੇ ਭਾਜੀ, ਬਹੁਤ ਸੂਝਵਾਨ ਨੇ ਲੋਕ, ਬੜੇ ਤਗੜੇ ਸੁਝਾਅ ਦਿੰਦੇ ਨੇ, ਹਫ਼ਤੇ ਭਰ ਬਾਅਦ ਵਿੱਚ ਵੀ ਫੋਨ ਆਉਂਦੇ ਰਹਿੰਦੇ ਨੇ। ਸੋ ਇਹ ਉਹਨਾਂ ਸਾਰਿਆਂ ਦਾ ਵੀ ਧੰਨਵਾਦ, ਤੁਹਾਡਾ ਵੀ ਧੰਨਵਾਦ ਕਿ ਤੁਸੀਂ ਜੁਟੇ ਹੋਏ ਹੋ ਲਗਾਤਾਰ ਔਕੜਾਂ ਦੇ ਬਾਵਜੂਦ ਇਸ ਪ੍ਰੋਗਰਾਮ 'ਚ। ਬਸ ਇਹੋ ਬੇਨਤੀ ਹੈ ਕਿ ਜਿੰਨੇ ਨੇ ਵੀ ਅੱਜ ਸੁਣਿਆ ਹੋਵੇ, ਆਪੋ ਆਪਣੀਆਂ ਜਿਹੜੀਆਂ ਵੀ ਪਾਰਟੀਆਂ ਉਹ ਮੰਨਦੇ ਹੋਣ, ਕਿਰਪਾ ਕਰਕੇ ਇਹ ਸੁਨੇਹੇ ਸਾਡੇ ਜ਼ਰੂਰ ਲਾਇਓ ਕਿ ਔਰਤਾਂ ਲਈ ਵਿਜ਼ਨ ਜ਼ਰੂਰ ਠੀਕ ਰੱਖੋ। ਤੇ ਜਿਹੜੇ ਕਿਸੇ ਦੇ ਕੋਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਤੇ ਕੋਈ ਕ੍ਰਾਈਮ ਕੀਤਾ ਹੋਏ, ਕ੍ਰਿਮੀਨਲ ਰਿਕਾਰਡ ਹੋਏ, ਪਲੀਜ਼ ਉਹਨਾਂ ਨੂੰ ਇਸ ਵਾਰ ਪੰਜਾਬ ਵਿੱਚ ਨਾ ਵੜਨ ਦਿਓ, ਤਾਂ ਕਿ ਸਾਡਾ ਸ਼ਰਾਬ ਤੇ ਨਸ਼ੇ ਤੋਂ ਕੁਛ ਥੋੜਾ ਜਿਹਾ ਬਚਾਅ ਹੋਵੇ ਤੇ ਪੰਜਾਬ ਸਹੀ ਰਾਹ ਤੇ ਤੋਰ ਸਕੀਏ ਜੀ। ਇੱਕ ਕਾਲ ਹੋਰ ਲੈ ਕੇ ਫਿਰ ਇਜਾਜ਼ਤ ਲੈਣੇ। 98-149 ਤੇ ਆਨ 에ਅਰ ਜੀ। ਸਤਿ ਸ਼੍ਰੀ ਅਕਾਲ ਦਾਨੀਵਾਲ ਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਦਰਸ਼ਨ ਜੀ, ਟਾਹਲੀ ਵਾਲੇ ਜੱਟਾਂ ਤੋਂ ਜੀ। ਹਾਂ, ਬਹੁਤ ਕੀਮਤੀ ਗੱਲਾਂ ਸੀ ਜੀ, ਤਾਂ ਨਹੀਂ ਵਿੱਚ ਬੋਲਦੇ, ਨਹੀਂ ਤਾਂ ਕਿਤੇ ਹੋ ਹੀ ਨਹੀਂ ਸਕਦਾ ਨਾ ਸੁਣਨ ਵਾਲੀ ਗੱਲ। ਪ੍ਰੋਗਰਾਮ ਤਾਂ ਜਦੋਂ ਸ਼ੁਰੂ ਹੁੰਦਾ ਜੀ, ਉਦੋਂ ਪਹਿਲਾਂ ਦੇ ਉਡੀਕਦੇ ਹੁੰਦੇ ਆ, ਤੇ ਪਰ ਡਾਕਟਰ ਸਾਹਿਬ ਸਮਝਾਉਂਦੇ ਇੰਨੇ ਪਿਆਰ ਨਾਲ, ਏਡਾ ਵਧੀਆ ਹੈ ਵੀ ਆਖੀ ਦੇ ਵਿੱਚ ਕੀ ਦਖਲ ਦੇਣਾ ਹੈ। ਜੀ ਜੀ, ਨਹੀਂ ਨਾ ਸੁਣਨ ਵਾਲੀ ਗੱਲ ਹੀ ਹੈ ਨਹੀਂ, ਕੋਈ ਮਤਲਬ ਹੀ ਨਹੀਂ ਆ ਵੀ ਪ੍ਰੋਗਰਾਮ ਕਿਸੇ ਜਮਾ ਕੋਈ ਮਜਬੂਰੀ ਹੋ ਜੇ ਤਾਂ ਕੀ ਕਹਿਣਾ ਜੀ। ਆਉਂਦਿਆਂ ਨੂੰ ਬਹੁਤ ਪਿਆਰੀਆਂ ਤੇ ਸਿਆਣੀਆਂ ਗੱਲਾਂ ਡਾਕਟਰ ਸਾਹਿਬ ਦੀਆਂ, ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਭੈਣ ਜੀ, ਤੁਹਾਡੇ ਵੀ ਧੰਨਵਾਦ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹਾਂਗੇ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਪ੍ਰੋਗਰਾਮ ਗੀਤ ਬਹਾਰ ਇਸ ਤੋਂ ਬਾਅਦ ਜ਼ਰੂਰ ਸੁਣਨਾ। ਸ਼ਮਾਦਾਨ।